ਸਾਰੇ ਸਟੂਡੈਂਟਸ GTV ਕਾਲਜ ਫਾਰ ਵੂਮੈਨ ਦੇ ਇਸ ਗਰੁੱਪ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਅੱਜ ਆਪਾਂ ਰੀਡ ਕਰਨਾ ਹੈ ਹਿਸਟਰੀ ਦਾ ਸੈਕੰਡ ਚੈਪਟਰ ਦਾ ਇੰਡੋ ਆਰੀਅਨਸ, ਭਾਰਤੀ ਆਰੀਅਨ ਲੋਕਾਂ ਬਾਰੇ। ਅਪਰੋਕਸੀਮੇਟ 1500 BC ਜਿਹੜੇ ਆਰੀਅਨ ਲੋਕ ਨੇ ਉਹ ਭਾਰਤ ਦੇ ਵਿੱਚ ਮੰਨੇ ਅਫਗਾਨਿਸਤਾਨ ਰਸਤੇ ਰਾਹੀਂ ਕਹਿੰਦੇ ਆਏ। ਉੱਚ ਕੋਟੀ ਦੀ ਸੱਭਿਅਤਾ ਆਰੀਅਨ ਨੂੰ ਮੰਨਿਆ ਜਾਂਦਾ ਹੈ। ਹਿੰਦੂ ਧਰਮ ਦਾ ਵਾਰਨ ਲੀਡਰ ਮੰਨੇ ਜਾਂਦੇ ਨੇ। ਹਿੰਦੂ ਧਰਮ ਸਥਾਪਿਤ ਇਹਨਾਂ ਨੇ ਕੀਤਾ। ਕੁਦਰਤੀ ਸ਼ਕਤੀਆਂ, ਦੇਵੀ ਦੇਵਤਿਆਂ ਨੂੰ ਮੰਨਣ ਦੇ, ਉਹਨਾਂ ਦੀ ਪੂਜਾ ਕਰਨ ਦਾ, ਵਰੁਣ, ਇੰਦਰ ਆਦਿ ਪ੍ਰਮੁੱਖ ਦੇਵਤਿਆਂ ਨੂੰ ਮੰਨਣ ਦਾ ਕੰਮ ਇਹਨਾਂ ਨੇ ਕੀਤਾ। ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਜੀਵਨ ਦੇ ਵਿੱਚ ਤਬਦੀਲੀਆਂ ਲਿਆਉਂਦੀਆਂ। ਇਸ ਤਰ੍ਹਾਂ ਨਾਲ ਬ੍ਰਾਹਮਣ ਗ੍ਰੰਥ, ਉਪਨਿਸ਼ਦ, ਵੇਦ, ਵੇਦਾਂਗ, ਪੁਰਾਣ, ਰਾਮਾਇਣ, ਮਹਾਂਭਾਰਤ ਤੋਂ ਵੀ ਸਾਨੂੰ ਇਹਨਾਂ ਬਾਰੇ ਬਹੁਮੁੱਲੀ ਜਾਣਕਾਰੀ ਹੈ ਜਿਹੜੀ ਉਹ ਮਿਲਦੀ ਹੈ। ਹੂ ਆਰ ਦਾ ਆਰੀਅਨਸ, ਆਰੀਅਨ ਕੌਣ ਸੀ, ਇਹਨਾਂ ਬਾਰੇ ਅਲੱਗ-ਅਲੱਗ ਰਾਈਟਰ ਨੇ ਜਿਹੜੇ ਅਲੱਗ-ਅਲੱਗ ਦੱਸਦੇ ਨੇ। ਆਰੀਅਨ ਦਾ ਮੂਲ ਨਿਵਾਸ ਸਥਾਨ ਕੀ ਹੈ, ਉਹਨਾਂ ਬਾਰੇ। ਓਰੀਜਨਲ ਹੋਮ ਆਫ ਦਾ ਆਰੀਅਨਸ ਪਹਿਲਾਂ ਆਉਂਦਾ ਹੈ ਸਪਤ ਸਿੰਧੂ ਥਿਊਰੀ। ਸਪਤ ਸਿੰਧੂ ਥਿਊਰੀ ਕੀ ਕਹਿੰਦੀ ਹੈ, ਇਹਦੇ 'ਚ AC ਦਾਸ, KM ਮੁਨਸ਼ੀ, ਡਾਕਟਰ ਸੰਪੂਰਨੰਦ ਉਹ ਕਹਿੰਦੇ ਨੇ ਆਰੀਅਨ ਮੂਲ ਨਿਵਾਸੀ ਸੀਗੇ ਸਪਤ ਸਿੰਧੂ ਪ੍ਰਦੇਸ਼ਾਂ ਦੇ। ਇਸੇ ਸਿਧਾਂਤ ਦੇ ਸਮਰਥਨ ਦੇ ਵਿੱਚ ਕਿਹਾ ਜਾਂਦਾ ਹੈ ਕਿ ਰਿਗਵੇਦ ਦੇ ਵਿੱਚ ਕੇਵਲ ਸਪਤ ਸਿੰਧੂ ਪ੍ਰਦੇਸ਼ਾਂ ਦਾ ਵਰਣਨ ਮਿਲਦਾ ਹੈ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਆਰੀਅਨ ਸਪਤ ਸਿੰਧੂ ਦੇ ਖੇਤਰਾਂ 'ਚ ਰਹਿੰਦੇ ਸੀਗੇ। ਰਿਗਵੇਦ ਦੇ ਵਿੱਚ ਜਿਹੜੀਆਂ ਨਦੀਆਂ ਹੋਈਆਂ, ਰੁੱਖ, ਪਸ਼ੂ, ਪੰਛੀ, ਉਪਜ ਦਾ ਵਰਣਨ ਮਿਲਦਾ ਹੈ ਉਹ ਵੀ ਸਾਰੇ ਸਪਤ ਸਿੰਧੂ, ਭਾਵ ਸਪਤ ਸਿੰਧੂ ਤੋਂ ਜਿਹੜੇ ਸਿੰਧ ਦੇ ਇਲਾਕੇ, ਸਿੰਧ ਦਰਿਆ ਦੇ ਨਾਲ ਜਾਂ ਉਸ ਦੇ ਇਲਾਕੇ ਸੀ ਉਹਨਾਂ ਬਾਰੇ ਸਾਨੂੰ ਬਹੁਮੁੱਲੀ ਜਾਣਕਾਰੀ ਮਿਲਦੀ ਹੈ। ਅਤੇ ਉਪਜਾਊ ਭੂਮੀ ਛੱਡ ਕੇ ਗਏ ਹੋਰਨਾਂ ਦੇਸ਼ਾਂ 'ਚ ਜਾਣ ਦੀ ਉਹਨਾਂ ਨੂੰ ਕੀ ਲੋੜ ਸੀ, ਕਿਉਂਕਿ ਇਹ ਪੰਜਾਬ ਦਾ ਇਲਾਕਾ ਜਿਹੜਾ ਆਪਣਾ 7 ਦਰਿਆਵਾਂ ਦੀ ਧਰਤੀ ਆਪਾਂ ਕਹਿੰਦੇ ਹਾਂ ਉਹ ਉਪਜਾਊ ਸੀਗੀ, ਕਿਉਂਕਿ ਦਰਿਆਵਾਂ ਕਾਰਨ, ਡੈਲਟਿਆਂ ਕਾਰਨ ਇਹ ਭੂਮੀ ਸੀ ਜਿਹੜੀ ਉਪਜਾਊ ਹੋਈ ਸੀ। ਇਸ ਨੂੰ ਛੱਡ ਕੇ ਉਹ ਹੋਰ ਭਾਰਤ ਦੇ ਕਿਸੇ ਕੋਨੇ 'ਚ ਨਹੀਂ ਜਾਏ ਸਕਦੇ। ਤਿੱਬਤ ਦਾ ਸਿਧਾਂਤ, ਤਿੱਬਤਨ ਥਿਊਰੀ ਕੀ ਕਹਿੰਦੀ ਹੈ, ਕਹਿੰਦੇ ਆਰੀਅਨ ਲੋਕ ਸਵਾਮੀ ਦਯਾਨੰਦ ਜੀ ਸਰਸਵਤੀ ਆਪਣੀ ਪੁਸਤਕ ਦੇ ਵਿੱਚ ਸਤਿਆਰਥ ਪ੍ਰਕਾਸ਼ ਦੇ ਵਿੱਚ ਮੂਲ ਨਿਵਾਸ ਸਥਾਨ ਤਿੱਬਤ ਨੂੰ ਦੱਸਦੇ। ਆਰੀਅਨ ਲੋਕ ਸੂਰਜ ਅਗਨੀ ਦੀ ਪੂਜਾ ਕਰਦੇ ਨੇ। ਤਿੱਬਤ 'ਚ ਵੀ ਕਾਫੀ ਠੰਡ ਪੈਂਦੀ ਹੈ ਅਤੇ ਰੁੱਖਾਂ ਅਤੇ ਪੰਛੀਆਂ ਦਾ ਵਰਣਨ ਵੀ ਰਿਗਵੇਦ 'ਚ ਮਿਲਦਾ ਜਿਹੜੇ ਤਿੱਬਤ 'ਚ ਮਿਲਦੇ ਨੇ। ਇਸ ਲਈ ਕਹਿੰਦੇ ਉਹਨਾਂ ਦੇ ਵਿਚਾਰਾਂ ਨੂੰ ਮੁੱਖ ਰੱਖ ਕੇ ਠੰਡ ਜਾਂ ਠੰਡੇ ਦੇਸ਼ਾਂ ਦੇ ਵਿੱਚ ਸੂਰਜ ਅਤੇ ਅੱਗ ਦੀ ਪੂਜਾ ਕਰਦੇ ਸੀ। ਉੱਦਾਂ ਦੇ ਵਿਚਾਰਾਂ ਨੂੰ ਲੈ ਕੇ ਉਹਨੂੰ ਮੰਨਿਆ। ਉੱਤਰੀ ਧਰੁਵ ਦਾ ਸਿਧਾਂਤ ਦਾ ਆਰਕੀਟੈਕ ਥਿਊਰੀ ਕੀ ਹੈ, ਬਾਲ ਗੰਗਾਧਰ ਤਿਲਕ ਆਪਣੀ ਪੁਸਤਕ ਆਰਕਟਿਕ ਹੋਮ ਇਨ ਵੇਦਾਸ ਦੇ ਵਿੱਚ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਧਰੁਵੀ ਪ੍ਰਦੇਸ਼ਾਂ 'ਤੇ ਰਹਿਣ ਵਾਲੇ ਸੀਗੇ। ਧਰਤੀ ਦੇ ਧਰੁਵੀ ਪ੍ਰਦੇਸ਼, ਭਾਰਤ, ਇਰਾਨ, ਯੂਰਪੀ ਦੇਸ਼। ਰਿਗਵੇਦ ਦੇ ਵਿੱਚ ਵੀ ਇਹਨਾਂ ਦਾ ਵਰਣਨ ਮੂਲ ਨਿਵਾਸ ਸਥਾਨ ਸਰਦ ਰੁੱਤ ਜਿੱਥੇ ਪੈਂਦੀ ਸੀ ਉੱਥੋਂ ਆਏ ਹੋਏ ਲੋਕ ਦੱਸਦੇ ਨੇ। ਉੱਤਰੀ ਜਰਮਨ ਸਿਧਾਂਤ, ਥਿਊਰੀ ਆਫ ਦਾ ਨਾਰਥ ਜਰਮਨੀ, ਉਹ ਜਰਮਨ ਦੇ ਵਿਦਵਾਨ ਪੈਕੇ ਦੀ ਭਾਸ਼ਾ ਦੇ ਆਧਾਰ 'ਤੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਆਰੀਅਨ ਦਾ ਜਿਹੜਾ ਮੂਲ ਨਿਵਾਸ ਸਥਾਨ ਹੈ ਉਹ ਉੱਤਰੀ ਜਰਮਨ ਹੈ। ਬਹੁਤ ਸਾਰੇ ਵਿਦਵਾਨ ਪੈਕੇ ਦੇ ਸਿਧਾਂਤ ਨੂੰ ਪ੍ਰਵਾਨ ਨਹੀਂ ਕਰਦੇ। ਯੂਰਾਲ ਪਰਬਤ ਦਾ ਸਿਧਾਂਤ, ਕੋਇਨੋ ਅਤੇ ਕੁਝ ਹੋਰ ਵਿਦੇਸ਼ੀ ਵਿਦਵਾਨ ਨੇ ਜਿਹੜੇ ਆਰੀਅਨ ਯੂਰਾਲ ਪਰਬਤ ਦੇ ਪ੍ਰਦੇਸ਼ੀ ਖੇਤਰਾਂ ਦੇ ਨਿਵਾਸੀ ਦੱਸਦੇ ਨੇ, ਪਰ ਰਿਗਵੇਦ ਦੇ ਵਿੱਚ ਇਸ ਗੱਲ ਦਾ ਵਰਣਨ ਨਹੀਂ ਮਿਲਦਾ। ਅਤੇ ਉਸ ਤੋਂ ਬਾਅਦ ਸੈਂਟਰਲ ਏਸ਼ੀਅਨ ਥਿਊਰੀ, ਮੈਕਸ ਮੂਲਰ ਕਹਿੰਦੇ ਆਰੀਅਨ ਮੱਧ ਏਸ਼ੀਆ ਦੇ ਨਿਵਾਸੀ ਸੀਗੇ ਜਿਹੜੇ ਭਾਰਤੀ, ਇਰਾਨੀ, ਯੂਨਾਨੀ, ਲਤੀਨੀ, ਜਰਮਨ, ਅੰਗਰੇਜ਼ ਜਾਤੀਆਂ ਤੋਂ ਵੱਡੇ ਵਡੇਰੇ ਇਹਨਾਂ ਦੀ ਇੱਕ ਥਾਂ 'ਤੇ ਦੂਜੀ ਥਾਂ 'ਤੇ ਆ ਕੇ ਨੇ ਜਿਹੜੇ ਉਹ ਵਸਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਮੋਸਟ ਪਿਓਸਵਲ ਸਿਧਾਂਤ, ਉਚਿਤ ਸਿਧਾਂਤ ਕਿਹੜਾ ਹੈ, ਮੈਕਸ ਮੂਲਰ ਮੱਧ ਏਸ਼ੀਆ ਦੇ ਸਿਧਾਂਤ ਨੂੰ ਉਚਿਤ ਮੰਨਦੇ ਨੇ। ਮੱਧ ਏਸ਼ੀਆ ਦੇ ਲੋਕਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ, ਉਹ ਆਰੀਅਨ ਲੋਕਾਂ ਨਾਲ ਮਿਲਦੀ ਜੁਲਦੀ ਸੀਗੀ, ਇਸ ਲਈ ਇਹਨਾਂ ਨੂੰ ਮੱਧ ਏਸ਼ੀਆ ਦੇ ਮੰਨਿਆ ਜਾ ਸਕਦਾ। ਆਰੀਅਨ ਦਾ ਮੁੱਖ ਪੇਸ਼ਾ ਪਸ਼ੂ ਪਾਲਣ ਹੈ। ਆਰੀਅਨ ਲੋਕ ਭਾਰਤ 'ਚ ਆਉਣ ਤੋਂ ਪਹਿਲਾਂ ਪਸ਼ੂ ਪਾਲਣ ਦੇ ਪੇਸ਼ੇ 'ਚ ਲੱਗੇ ਹੋਏ ਅਤੇ ਇਹ ਮੱਧ ਏਸ਼ੀਆ ਦੇ ਲੋਕਾਂ ਦੇ ਨਾਲ ਵੀ ਢੁਕਵਾਂ ਹੈ। ਆਰੀਅਨ ਨੇ ਵੇਦਾਂ ਅਤੇ ਇਰਾਨੀਆਂ ਦੇ ਵਿੱਚ ਪ੍ਰਸਿੱਧ ਧਾਰਮਿਕ ਪੁਸਤਕ ਵੇਦ ਅਵਿਸਥਾ ਪੜ੍ਹਨ ਦਾ ਪਤਾ ਲੱਗਦਾ ਹੈ। ਦੋਹਾਂ ਦੇ ਵੱਡੇ ਵਡੇਰੇ ਇੱਕੋ ਜਿਹੇ ਹੋਏ ਸ਼ਾਇਦ ਮੱਧ ਏਸ਼ੀਆ ਤੋਂ ਹੋਣਗੇ। ਅਜਿਹੀਆਂ ਭੂਗੋਲਿਕ ਅਵਸਥਾਵਾਂ, ਕੁਦਰਤੀ ਦ੍ਰਿਸ਼, ਪਸ਼ੂਆਂ ਪੰਛੀਆਂ ਦਾ ਵਰਣਨ ਆਰੀਆਂ ਦੀਆਂ ਪੁਸਤਕਾਂ 'ਚ ਆਉਂਦਾ, ਉਹ ਵੀ ਮੱਧ ਏਸ਼ੀਆ ਨਾਲ ਮਿਲਦਾ ਜੁਲਦਾ। ਜ਼ਿਆਦਾਤਰ ਇਤਿਹਾਸਕਾਰ ਨੇ ਜਿਹੜੇ ਉਹ ਇਸ ਮੱਧ ਏਸ਼ੀਆ ਦੇ ਪੱਖ ਨਾਲ ਹੀ ਸਹਿਮਤ ਨੇ। ਆਰੀਅਨ ਦਾ ਭਾਰਤ ਦੇ ਵਿੱਚ ਆਗਮਨ ਅਤੇ ਵਿਸਤਾਰ, ਐਡਵੈਂਟ ਦਾ ਸਪੀਡ ਆਫ ਆਰੀਅਨ ਇਨ ਇੰਡੀਆ, ਆਰੀਅਨ ਲੋਕ ਭਾਰਤ 'ਚ ਕਦੋਂ ਆਏ, ਅਲੱਗ-ਅਲੱਗ ਇਤਿਹਾਸਕਾਰ ਅਲੱਗ-ਅਲੱਗ ਮਤ ਦੱਸਦੇ ਨੇ, ਕਿਉਂਕਿ ਇਹਨਾਂ ਦਾ ਸਾਨੂੰ ਇਤਿਹਾਸ ਪੂਰਨ ਲਿਖਤੀ ਰੂਪ 'ਚ ਨਹੀਂ ਮਿਲਿਆ। ਕੋਈ 6000 ਈਸਵੀ ਪੂਰਵ ਕਹਿੰਦਾ,
ਜਕੋਬੀ 5000 ਕਹਿੰਦਾ, ਕੋਈ 1200 ਤੋਂ ਲੈ ਕੇ 1000 ਈਸਵੀ ਦੇ ਮੱਧ 'ਚ ਦੱਸਦਾ ਹੈ। 1500 ਤੋਂ 1000 ਈਸਵੀ ਦੇ ਵਿਚਕਾਰ ਜ਼ਿਆਦਾ ਵਿਸ਼ਵਾਸਯੋਗ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਇਹ ਸਮਾਂ। ਅਫਗਾਨਿਸਤਾਨ ਤੋਂ ਵੱਲੋਂ ਆਏ ਇਹ ਵੀ ਪੱਕਾ ਪਤਾ ਲੱਗਦਾ ਉਹਨਾਂ ਨੂੰ ਦਰਾਵੜ ਜਾਂ ਦਸੂਏ ਫਿਰ ਪਾਣੀ ਨਾਂ ਦੇ ਕਬੀਲਿਆਂ ਨਾਲ ਉਹਨਾਂ ਨੂੰ ਲੜਨਾ ਪਿਆ। ਆਰੀਅਨ ਚੰਗੇ ਹਥਿਆਰਾਂ, ਤੇਜ਼ ਰਫਤਾਰ ਰਥਾਂ ਕਾਰਨ ਆਪਣਾ ਬਹੁਤ ਸਾਰਾ ਜਿਹੜਾ ਸਮਾਂ ਹੈ ਉਹ ਅੰਤ ਵੱਲ ਨੂੰ ਚਲਾ ਜਾਂਦਾ। ਇਸ ਬਾਰੇ ਵੀ ਪਤਾ ਚੱਲਦਾ ਸਪਤ ਸਿੰਧੂ ਨਾਂ ਦੇ ਪ੍ਰਦੇਸ਼ਾਂ 'ਚ ਵਸੇ ਅਤੇ ਜਿਹੜੀਆਂ 7 ਨਦੀਆਂ ਵਹਿੰਦੀਆਂ ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਸਿੰਧ, ਸਰਸਵਤੀ। ਕਿਉਂਕਿ ਆਰੀਅਨ ਨੇ ਇਹ ਪ੍ਰਦੇਸ਼ ਰਿਗਵੇਦ ਦੀ ਰਚਨਾ ਕੀਤੀ ਅਤੇ ਇਸੇ ਨਾਂ ਦੇ ਉੱਤੇ ਪ੍ਰਦੇਸ਼ ਦਾ ਨਾਮ ਬ੍ਰਹਮਵਰਤ ਰੱਖਿਆ। ਆਬਾਦੀ ਦੇ ਵਧਣ ਨਾਲ 9ਵੀਂ ਸਦੀ ਈਸਵੀ ਪੂਰਵ ਦੇ ਵਿੱਚ ਆਰੀਅਨ ਲੋਕ ਸੀ ਜਿਹੜੇ ਗੰਗਾ ਦੇ ਮੈਦਾਨਾਂ ਵੱਲ ਅੱਗੇ ਵਧਣਾ ਸ਼ੁਰੂ ਹੋ ਗਏ, ਜਿਨ੍ਹਾਂ ਪ੍ਰਦੇਸ਼ਾਂ ਦਾ ਨਾਂ ਆਰੀਆਵਰਤ ਰੱਖਿਆ ਗਿਆ। ਹਿਮਾਲਿਆ ਪਰਬਤ ਨਰਮਦਾ ਨਦੀ ਤੱਕ, ਸਿੰਧ ਨਦੀ ਤੋਂ ਲੈ ਕੇ ਬੰਗਾਲ ਤੱਕ ਫੈਲਣੇ ਸ਼ੁਰੂ ਹੋ ਜਾਂਦੇ। ਉਸ ਤੋਂ ਬਾਅਦ ਅੱਗੇ ਗਿਆ ਵੈਦਿਕ ਸਾਹਿਤ। ਵੈਦਿਕ ਸਾਹਿਤ ਜਿਹੜਾ ਆਪਾਂ ਨੂੰ ਦੱਸਦਾ ਉਹਦੇ 'ਚ 4 ਵੇਦ ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵੇਦ। ਜਿਵੇਂ ਰਿਗਵੇਦ ਹੈ, ਰਿਗਵੇਦ ਦੇ ਵਿੱਚ 10,552 ਮੰਤਰ, 1028 ਸੂਤਕ ਨੇ 10 ਮੰਡਲਾਂ 'ਚ ਵੰਡੇ ਹੋਏ। ਰਿਗਵੇਦ ਦੀ ਰਚਨਾ 1500 ਤੋਂ ਲੈ ਕੇ 1000 ਈਸਵੀ ਪੂਰਵ ਬਾਰੇ ਸਾਨੂੰ ਜਾਣਕਾਰੀ ਆਰੀਅਨ ਲੋਕਾਂ ਬਾਰੇ ਪਤਾ ਮਿਲਦੀ ਹੈ। ਰਿਗਵੇਦ ਤੋਂ ਬਾਅਦ ਸਾਮਵੇਦ, ਯਜੁਰਵੇਦ ਅਤੇ ਅਥਰਵੇਦ ਗ੍ਰੰਥਾਂ ਦੀ ਰਚਨਾ ਹੋਈ। 600 ਈਸਵੀ ਪੂਰਵ ਦੇ ਕਰੀਬ ਲਗਭਗ ਬ੍ਰਾਹਮਣ ਅਤੇ ਉਪਨਿਸ਼ਦ ਗ੍ਰੰਥਾਂ ਦੀ ਰਚਨਾ ਹੋਈ। ਉਪਨਿਸ਼ਦਾਂ ਦੀ ਗਿਣਤੀ 108। ਬਹੁਤ ਸਾਰੇ ਗ੍ਰੰਥਾਂ ਤੋਂ ਸਾਨੂੰ ਉੱਤਰ ਵੈਦਿਕ ਕਾਲ ਦੀ ਸੱਭਿਅਤਾ ਬਾਰੇ ਵੀ ਬਹੁਮੁੱਲੀ ਜਾਣਕਾਰੀ ਮਿਲਦੀ ਹੈ। 1000 ਈਸਵੀ ਪੂਰਵ ਤੋਂ 700 ਈਸਵੀ ਪੂਰਵ ਤੱਕ ਦੀਆਂ ਘਟਨਾਵਾਂ ਬਾਰੇ ਵੀ ਸਾਨੂੰ 2 ਮਹਾਂਕਾਵਿ ਰਾਮਾਇਣ ਅਤੇ ਮਹਾਂਭਾਰਤ ਤੋਂ ਜਾਣਕਾਰੀ ਮਿਲਦੀ ਹੈ। ਇਸ ਤਰ੍ਹਾਂ ਨਾਲ ਜਿਵੇਂ ਮਹਾਂਭਾਰਤ ਦੇ ਵਿੱਚ 1 ਲੱਖ ਤੋਂ ਵੱਧ ਸ਼ਲੋਕ ਹੈ, ਰਾਮਾਇਣ ਦੇ ਵਿੱਚ 24,000 ਸ਼ਲੋਕ ਨੇ, ਭਗਵਤ ਗੀਤਾ ਵੀ ਮਹਾਂਭਾਰਤ ਦਾ ਇੱਕ ਹਿੱਸਾ ਮੰਨਿਆ ਜਾਂਦਾ। ਰਿਗਵੇਦਿਕ ਸੱਭਿਅਤਾ ਪੜ੍ਹਾਂਗੇ। ਰਿਗਵੇਦਿਕ ਕਾਲ ਜਦੋਂ ਰਿਗਵੇਦ ਜਾਂ 4 ਵੇਦਾਂ ਦੀ ਰਚਨਾ ਹੋਈ, ਰਿਗਵੇਦਾਂ ਦੇ ਵਿੱਚ ਵੀ ਸਾਨੂੰ ਬਹੁਤ ਸਰੋਤ ਨੇ ਜਿਹੜੇ ਲਿਖਤੀ ਸਰੋਤ ਮਿਲੇ, ਉਹਨਾਂ ਬਾਰੇ ਸਾਨੂੰ ਜੋ ਜਾਣਕਾਰੀ ਮਿਲਦੀ ਉਸ ਬਾਰੇ ਪੜ੍ਹਦੇ ਹਾਂ। ਕਿਉਂਕਿ ਇਹਦੇ ਵਿੱਚ ਜਿੱਥੇ ਧਾਰਮਿਕ ਜਾਣਕਾਰੀ ਮਿਲੀ ਉੱਥੇ ਸਾਨੂੰ ਕੁਝ ਨਾ ਕੁਝ ਸਮਾਜਿਕ, ਰਾਜਨੀਤਿਕ ਅਤੇ ਹੋਰ ਆਰਥਿਕ ਪੱਖ ਤੋਂ ਵੀ ਲੋਕਾਂ ਦੇ ਜੀਵਨ ਬਾਰੇ ਪਤਾ ਚੱਲਿਆ। ਪਹਿਲਾਂ ਰਾਜਨੀਤਿਕ ਪੱਖ, ਪ੍ਰਸ਼ਾਸਨਿਕ ਢਾਂਚਾ ਕਿੱਦਾਂ ਦੀ ਸੀਗਾ, ਕਹਿੰਦੇ ਗ੍ਰਹਿਪਤੀ ਕੁਲਪਤੀ ਮੁਖੀਆ ਹੁੰਦਾ ਸੀ, ਗ੍ਰਾਮੀਣ ਪਿੰਡ ਦਾ ਮੁਖੀਆ ਹੁੰਦਾ ਸੀ, ਵਿਸ਼ਪਤੀ ਸੀ ਜਿਹੜਾ ਪੂਰੇ ਪਿੰਡਾਂ ਨੂੰ ਮਿਲਾ ਕੇ ਇੱਕ ਵਿਸ਼ ਬਣਦਾ, ਜ਼ਿਲ੍ਹਾ ਕਿਹਾ ਜਾਂਦਾ ਇਸ ਨੂੰ, ਉਹਨਾਂ ਦਾ ਮੁਖੀਆ ਹੁੰਦਾ ਸੀ। ਕਈ ਵਿਸ਼ਿਆਂ ਨੂੰ ਮਿਲਾ ਕੇ ਇੱਕ ਜਨ ਬਣਦਾ, ਜਨ ਦਾ ਮੁਖੀਆ ਰਾਜਾ ਹੁੰਦਾ ਸੀ। ਇਸ ਤਰ੍ਹਾਂ ਨਾਲ ਪ੍ਰਾਂਤ ਰਾਜਨ ਜਨ ਦਾ ਮੁਖੀ ਹੈ, ਪ੍ਰਜਾ ਦੀ ਭਲਾਈ ਦੇ ਲਈ ਕੰਮ ਕਰਦਾ ਹੈ, ਕਾਨੂੰਨ ਬਣਾਉਂਦਾ ਹੈ, ਠੀਕ ਹੈ, ਨਵੇਂ ਰਾਜੇ ਦੀ ਚੋਣ ਕਰਦਾ ਹੈ। ਰਾਜਨ ਦੇ ਮੁੱਖ ਕਰਤੱਵ ਪ੍ਰਜਾ ਦੀ ਰੱਖਿਆ ਕਰਨਾ, ਸਾਰੇ ਕੰਮ ਉਹਦੇ ਨੇ। ਮੰਤਰੀ ਸ਼ਾਸਨ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੇ ਲਈ ਰਾਜੇ ਦੀ ਮਦਦ ਦੇ ਲਈ ਕੁਝ ਵਿਅਕਤੀ ਨਿਯੁਕਤ ਕੀਤੇ ਜਾਂਦੇ ਨੇ। ਪੁਰੋਹਿਤ, ਸੈਨਾਨੀ, ਗ੍ਰਹਿਣੀ ਪ੍ਰਸਿੱਧ ਮੰਤਰੀ ਹੁੰਦੇ ਸੀ ਜਿਹੜੇ ਧਾਰਮਿਕ ਅਤੇ ਰਾਜਨੀਤਿਕ ਮਾਮਲਿਆਂ ਦੇ ਵਿੱਚ ਉਹਨੂੰ ਸਲਾਹ ਦਿੰਦੇ ਨੇ। ਯੁੱਧਾਂ ਦੇ ਸਮੇਂ ਰਾਜਨ ਦੇ ਨਾਲ ਜਾਂਦੇ ਨੇ, ਜਿੱਤਾਂ ਵਿੱਚ ਪ੍ਰਾਰਥਨਾ ਕਰਦੇ ਨੇ। ਸੈਨਾਨੀ ਸੈਨਾ ਦੀ ਅਗਵਾਈ ਕਰਦੇ ਨੇ, ਰਾਜਨ ਨੂੰ ਯੁੱਧ ਸਮੱਗਰੀ ਦੀ ਸਲਾਹ ਦਿੰਦੇ ਨੇ, ਗ੍ਰਾਮੀਣ ਪਿੰਡਾਂ ਦੇ ਸ਼ਾਸਨ ਪ੍ਰਬੰਧ ਨੂੰ ਚਲਾਉਂਦੇ ਨੇ। ਇਹ ਸਾਰੀਆਂ ਜਾਣਕਾਰੀਆਂ ਮਿਲਦੀਆਂ। ਸਭਾ ਅਤੇ ਸੰਮਤੀ ਕਹਿੰਦੇ ਸਭਾ ਅਤੇ ਸੰਮਤੀ ਰਿਗਵੇਦਿਕ ਕਾਲ ਦੀਆਂ ਮਹੱਤਵਪੂਰਨ ਸੰਸਥਾਵਾਂ ਮੰਨੀਆਂ ਜਾਂਦੀਆਂ ਨੇ। ਇਹਨਾਂ 'ਚ ਫਰਕ ਕੀ ਸੀ, ਕਹਿੰਦੇ ਜ਼ਿਆਦਾਤਰ ਇਤਿਹਾਸਕਾਰ ਸਭਾ ਦੇ ਵਿੱਚ ਬਜ਼ੁਰਗ ਵਿਅਕਤੀ ਸ਼ਾਮਲ ਹੁੰਦੇ ਨੇ, ਸੰਮਤੀ 'ਚ ਸਾਰੇ ਕਬੀਲੇ ਦੇ ਮੈਂਬਰ ਹੁੰਦੇ ਸੀਗੇ। ਇਹਨਾਂ ਸੰਸਥਾਵਾਂ ਨੂੰ ਅਸੀਮ ਸ਼ਕਤੀਆਂ ਪ੍ਰਾਪਤ ਨੇ, ਸ਼ਾਸਨ ਪ੍ਰਬੰਧ ਨੂੰ ਚਲਾਉਣ ਲਈ ਰਾਜੇ ਦੀ ਸਹਾਇਤਾ ਕਰਦੀਆਂ ਨੇ। ਰਾਜਨ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਸ਼ਾਸਨ ਚਲਾਉਂਦਾ ਹੈ। ਕੋਈ ਵੀ ਰਾਜਨ ਜਦੋਂ ਜ਼ਾਲਮ ਹੋ ਜਾਂਦਾ ਤਾਂ ਸੰਸਥਾਵਾਂ ਉਸ ਨੂੰ ਗੱਦੀ ਤੋਂ ਉਤਾਰ ਦਿੰਦੀਆਂ ਅਤੇ ਇਸ ਤਰ੍ਹਾਂ ਇਹ ਕੰਮ ਕਰਦੀਆਂ ਨੇ। ਨਿਆਂ ਰਾਜਨ ਸਭ ਤੋਂ ਵੱਡਾ ਨਿਆਂਧੀਸ਼ ਮੰਨਿਆ ਜਾਂਦਾ ਸੀਗਾ। ਉਹ ਪ੍ਰਜਾ ਨੂੰ ਨਿਰਪੱਖ ਨਿਆਂ ਦੇਣ ਦਾ ਯਤਨ ਕਰਦਾ ਹੈ। ਚੋਰੀ, ਡਕੈਤੀ, ਹੱਤਿਆ, ਛਲ ਕਪਟ, ਪਸ਼ੂਆਂ ਦੀ ਚੋਰੀ ਮੁੱਖ ਅਪਰਾਧ ਸਮਝਦੇ ਅਤੇ ਇਹਨਾਂ ਨੂੰ ਸਜ਼ਾਵਾਂ ਦੇਣ ਦਾ ਕੰਮ ਦਿੱਤਾ ਜਾਂਦਾ, ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ। ਯੁੱਧ ਦਾ ਢੰਗ ਆਰੀਅਨ ਲੋਕਾਂ ਦੇ ਯੁੱਧ 'ਚ ਬੜੇ ਨਿਪੁੰਨ ਸੀਗੇ। ਰਾਜ ਘਰਾਣੇ ਨਾਲ ਸੰਬੰਧਿਤ ਰਾਜ ਦੇ ਕੁਝ ਕਰਮਚਾਰੀ ਰਥਾਂ 'ਤੇ ਚੜ੍ਹ ਕੇ ਲੜਦੇ ਨੇ, ਆਮ ਨਾਗਰਿਕ ਪੈਦਲ ਲੜਦੇ ਸੀਗੇ। ਤੀਰ ਕਮਾਨ ਮੁੱਖ ਸ਼ਸਤਰ ਸੀਗਾ। ਤਲਵਾਰਾਂ, ਭਾਲਿਆਂ, ਕੁਹਾੜੀਆਂ, ਬਰਛੀਆਂ ਦੀ ਵਰਤੋਂ ਕਰਦੇ ਨੇ। ਆਰੀਅਨਸ ਜਿਹੜੇ ਲੜਾਈ ਦੇ ਵਿੱਚ ਨੈਤਿਕਤਾ ਤੋਂ ਕੰਮ ਲੈਂਦੇ ਨੇ ਅਤੇ ਪਿੱਠ ਦਿਖਾਉਣ ਦੇ ਵਿੱਚ ਆਪਣਾ ਅਪਮਾਨ ਸੀ ਜਿਹੜਾ ਉਹ ਸਮਝਦੇ ਸੀਗੇ। ਸਮਾਜਿਕ ਜੀਵਨ, ਸੋਸ਼ਲ ਲਾਈਫ, ਫੈਮਿਲੀ ਆਰੀਆ ਦਾ ਪਰਿਵਾਰਕ ਜੀਵਨ ਬੜਾ ਖੁਸ਼ਹਾਲ ਸੀ। ਉਸ ਸਮੇਂ ਸਾਂਝਾ ਪਰਿਵਾਰ ਪ੍ਰਣਾਲੀ ਪ੍ਰਚਲਿਤ ਹੁੰਦੀ ਸੀ। ਪਰਿਵਾਰ ਪਿਤਾ ਪ੍ਰਧਾਨ ਹੁੰਦੇ ਸਨ। ਪਰਿਵਾਰ ਦਾ ਸਭ ਤੋਂ ਵੱਡਾ ਬਜ਼ੁਰਗ ਪਰਿਵਾਰ ਦਾ ਮੁਖੀ ਹੈ, ਗ੍ਰਹਿਪਤੀ ਕੁਲਪਤੀ ਕਿਹਾ ਜਾਂਦਾ ਸੀ। ਸਾਰੇ ਪਰਿਵਾਰ ਦੀ ਦੇਖਭਾਲ ਦਾ ਜ਼ਿੰਮਾ ਸੀ ਜਿਹੜਾ ਹੁੰਦਾ ਸੀ ਅਤੇ ਆਗਿਆ ਸਾਰੇ ਉਸ ਦੀ ਪਾਲਣਾ ਕਰਦੇ ਸੀਗੇ। ਇਸਤਰੀ ਦੀ ਸਥਿਤੀ, ਪੋਜੀਸ਼ਨ ਆਫ ਦਾ ਵੂਮੈਨ ਰਿਗਵੈਦਿਕ ਕਾਲ ਦੇ ਵਿੱਚ ਇਸਤਰੀਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਪੁਰਸ਼ਾਂ ਦੇ ਬਰਾਬਰ ਦੇ ਉਹਨਾਂ ਨੂੰ ਅਧਿਕਾਰ ਦਿੱਤੇ ਜਾਂਦੇ ਨੇ। ਪੜ੍ਹੀਆਂ ਲਿਖੀਆਂ ਹੁੰਦੀਆਂ ਸੀਗੀਆਂ ਇਸਤਰੀਆਂ।
ਪੜ੍ਹੀਆਂ ਲਿਖੀਆਂ ਇਸਤਰੀਆਂ ਦੇ ਵਿੱਚ ਨਾਂ ਜਿਵੇਂ ਅਪਾਲਾ ਕੋਸ਼ਾ, ਵਿਸ਼ਵਰਾ ਮੁਦਲੈਨੀ ਵਰਗੀਆਂ ਇਸਤਰੀਆਂ। ਰਿਗਵੇਦ ਦੇ ਵਿੱਚ ਵੀ ਅਨੇਕਾਂ ਮੰਤਰ ਲਿਖੇ ਇਹਨਾਂ ਨੇ। ਇਸਤਰੀਆਂ ਨੂੰ ਵਿਆਹ ਸੰਬੰਧੀ ਵੀ ਆਜ਼ਾਦੀ ਹੁੰਦੀ ਸੀ ਅਤੇ ਉਹਨਾਂ ਨੂੰ ਘਰ ਦਾ ਗਹਿਣਾ ਸਮਝਿਆ ਜਾਂਦਾ ਸੀਗਾ। ਸਮਾਜ ਦੇ ਵਿੱਚ ਵਿਆਹ ਦੀ ਪ੍ਰਥਾ ਪ੍ਰਚਲਿਤ ਸੀ ਜਿਹੜੀ, ਉਹ ਉੱਚ ਵਰਗ ਦੇ ਲੋਕ ਇੱਕ ਨਾਲੋਂ ਵੱਧ ਇਸਤਰੀਆਂ ਨਾਲ ਵਿਆਹ ਕਰਵਾਉਂਦੇ। ਇਸਤਰੀਆਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਧਾਰਮਿਕ ਕਾਰਜ ਸੀ ਜਿਹੜਾ ਉਹ ਪੂਰਨ ਨਹੀਂ ਸਮਝਿਆ ਜਾਂਦਾ ਸੀਗਾ। ਬਾਲ ਵਿਵਾਹ, ਸਤੀ ਪ੍ਰਥਾ, ਪਰਦਾ ਪ੍ਰਥਾ ਵਰਗੀਆਂ ਘਿਰਣਾਵਾਂਯੋਗ ਬੁਰਾਈਆਂ ਸੀ ਜਿਹੜੀਆਂ, ਉਹ ਹਾਲੇ ਪ੍ਰਚਲਿਤ ਨਹੀਂ ਹੋਈਆਂ ਸੀ ਸਮਾਜ ਦੇ ਵਿੱਚ। ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਹੈਗੀ ਸੀ। ਇਸਤਰੀਆਂ ਨਾਚ, ਗਾਣਿਆਂ, ਮੇਲਿਆਂ, ਧਾਰਮਿਕ ਰਸਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਨੇ। ਜਾਤੀ ਪ੍ਰਥਾ। ਆਰੀਅਨ ਲੋਕਾਂ ਦੇ ਵਿੱਚ ਜਾਤੀ ਪ੍ਰਥਾ ਪ੍ਰਚਲਿਤ ਨਹੀਂ ਸੀ। ਬ੍ਰਾਹਮਣ, ਕਸ਼ੱਤਰੀ, ਵੈਸ਼, ਸ਼ੂਦਰ, 4 ਵਰਨ ਨੇ ਜਿਹੜੇ, ਉਹਨਾਂ ਦਾ ਨਾਂ ਹੈ। ਕੋਈ ਵੀ ਵਿਅਕਤੀ ਆਪਣੀ ਯੋਗਤਾ ਦੇ ਆਧਾਰ 'ਤੇ ਕਿਸੇ ਵੀ ਧੰਦੇ ਨੂੰ ਅਪਣਾ ਸਕਦਾ ਹੈ। ਸਿੱਖਿਆ। ਵੈਦਿਕ ਕਾਲ ਦੇ ਵਿੱਚ ਪ੍ਰਾਈਵੇਟ ਤੌਰ 'ਤੇ ਸਿੱਖਿਆ ਦਿੱਤੀ ਜਾਂਦੀ ਹੈ। ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਗੁਰੂਕੁਲਾਂ 'ਚ ਜਾਂਦੇ ਨੇ। ਗੁਰੂਕੁਲ ਜੰਗਲਾਂ 'ਚ ਹੁੰਦੇ ਸੀਗੇ। ਬਹੁਤ ਹੀ ਪ੍ਰਸਿੱਧ ਵਿਦਵਾਨਾਂ ਦੁਆਰਾ ਸਿੱਖਿਆ ਦਿੱਤੀ ਜਾਂਦੀ ਸੀ। ਵਿਦਿਆਰਥੀ ਸਿੱਖਿਆ ਪੂਰੀ ਹੋਣ ਤੋਂ ਬਾਅਦ ਇੱਥੇ ਰਹਿੰਦੇ, ਆਪਣੇ ਗੁਰੂਆਂ ਦਾ ਸਤਿਕਾਰ ਕਰਦੇ। ਸਿੱਖਿਆ ਦਾ ਉਦੇਸ਼ ਸੀ ਵਿਦਿਆਰਥੀਆਂ ਦੇ ਵਿੱਚ ਆਦਰਸ਼ਾਂ ਨੂੰ ਪੈਦਾ ਕਰਨਾ, ਉੱਚੇ ਆਦਰਸ਼ਾਂ ਨੂੰ ਜੀਵਨ ਦੇ ਯੋਗ ਬਣਾਉਣਾ। ਸਿੱਖਿਆ ਦਾ ਮੁੱਖ ਵਿਸ਼ਾ ਵੈਦਿਕ ਸਾਹਿਤ ਹੁੰਦਾ ਸੀਗਾ। ਹਿਸਾਬ, ਜੋਤਿਸ਼, ਨੈਤਿਕ ਸਿੱਖਿਆ, ਫੌਜੀ ਸਿੱਖਿਆ ਵੀ ਲੋੜੀਂਦੀ ਜਾਣਕਾਰੀ ਜਿਹੜੀ ਉਹ ਦਿੱਤੀ ਜਾਂਦੀ ਹੈ। ਵਿਦਿਆਰਥੀ ਨੂੰ ਸਿੱਖਿਆ ਮੁਫਤ ਦਿੱਤੀ ਜਾਂਦੀ ਸੀ। ਪਹਿਰਾਵਾ। ਆਰੀਅਨ ਦਾ ਪਹਿਰਾਵਾ ਸਾਦਾ ਹੈ। ਸੂਤੀ, ਉੱਨੀ, ਰੇਸ਼ਮੀ ਕੱਪੜੇ ਪਹਿਨਦੇ ਨੇ। ਇਸ ਤੋਂ ਇਲਾਵਾ ਜਾਨਵਰਾਂ ਦੀਆਂ ਖੱਲਾਂ ਪਹਿਨਦੇ ਨੇ। ਇਸਤਰੀਆਂ ਹਾਰ ਸ਼ਿੰਗਾਰ ਗਹਿਣੇ ਪਾਉਂਦੀਆਂ ਨੇ। ਪੁਰਸ਼ ਵੀ ਇਸ ਤਰ੍ਹਾਂ ਦੇ ਗਹਿਣੇ ਪਾਉਂਦੇ ਨੇ। ਖਾਣ ਪੀਣ, ਡਾਈਟ ਕਿੱਦਾਂ ਦੀ ਸੀ? ਆਰੀਅਨ ਲੋਕ ਸੀ ਜਿਹੜੇ ਸੰਤੁਲਿਤ ਭੋਜਨ ਦੀ ਵਰਤੋਂ ਕਰਦੇ ਨੇ। ਜ਼ਿਆਦਾਤਰ ਕਣਕ, ਜੌਂ, ਚੌਲ, ਫਲ, ਸਬਜ਼ੀਆਂ, ਦੁੱਧ, ਘਿਓ ਦੀ ਵਰਤੋਂ ਕਰਦੇ ਸੀ। ਭੇਡਾਂ, ਬੱਕਰੀਆਂ, ਘੋੜਿਆਂ ਦਾ ਮਾਸ ਖਾਂਦੇ ਸੀ। ਨਸ਼ੀਲੇ ਪਦਾਰਥ, ਸੋਮਰਸ, ਸੁਰਾ ਦੀ ਵਰਤੋਂ ਕਰਦੇ ਸੀ। ਸੋਮਰਸ ਸ਼ਰਾਬ ਨੂੰ ਕਿਹਾ ਜਾਂਦਾ। ਸੁਰਾ ਰਸ ਦੇ ਪੀਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਮਨੋਰੰਜਨ। ਰਿਗਵੇਦਿਕ ਕਾਲ ਦੇ ਵਿੱਚ ਆਰੀਅਨ ਆਪਣਾ ਮਨੋਰੰਜਨ ਦੇ ਲਈ ਕਈ ਸਾਧਨਾਂ ਦੀ ਵਰਤੋਂ ਕਰਦੇ ਨੇ। ਪਹਿਲਾਂ ਆ ਗਿਆ ਰਥ ਦੌੜ। ਸੰਗੀਤ, ਨਾਚ, ਗਾਣੇ ਦੇ ਬੜੇ ਸ਼ੌਕੀਨ ਸੀ। ਸ਼ਿਕਾਰ ਕਰਕੇ ਘੋੜ ਦੌੜ 'ਚ ਹਿੱਸਾ ਲੈ ਕੇ ਆਪਣਾ ਮਨੋਰੰਜਨ ਕਰਦੇ। ਜੂਆ ਖੇਡਦੇ ਸੀ ਕੁਝ ਲੋਕ। ਲੋਕ ਤਿਉਹਾਰਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ। ਹੋਰ ਵਿਸ਼ੇਸ਼ਤਾਵਾਂ। ਆਰੀਅਨ ਲੋਕਾਂ ਦਾ ਨੈਤਿਕ ਪੱਧਰ ਬੜਾ ਉੱਚਾ ਸੀ। ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦੇ ਨੇ। ਲਾਲਚੀ, ਪਾਪੀ, ਝੂਠੇ, ਚੋਰ, ਡਾਕੂਆਂ ਨਾਲ ਸਖਤ ਨਫ਼ਰਤ ਕਰਦੇ ਸੀ। ਪਵਿੱਤਰ ਜੀਵਨ ਬਤੀਤ ਵਿੱਚ ਵਿਸ਼ਵਾਸ ਰੱਖਦੇ ਸੀ। ਧਾਰਮਿਕ ਜੀਵਨ ਕਿੱਦਾਂ ਦਾ ਸੀਗਾ ਉਹਨਾਂ ਦਾ? ਰਿਲੀਜੀਅਸ ਲਾਈਫ। ਕੁਦਰਤ ਦੀ ਪੂਜਾ। ਰਿਗਵੇਦਿਕ ਆਰੀਆ ਦਾ ਧਾਰਮਿਕ ਜੀਵਨ ਸੀਗਾ ਪਵਿੱਤਰ ਅਤੇ ਸਾਦਾ। ਕੁਦਰਤ ਦੇ ਸ਼ਕਤੀ ਨੂੰ ਦੇਵਤਾ ਮੰਨ ਕੇ ਉਹਨਾਂ ਦੀ ਪੂਜਾ ਕਰਨਾ। ਦੇਵੀ ਦੇਵਤਿਆਂ ਦੀ ਪੂਜਾ ਕਰਨਾ। ਦੇਵੀਆਂ ਦੀ ਗਿਣਤੀ ਥੋੜ੍ਹੀ ਸੀ, ਦੇਵਤਿਆਂ ਦੇ ਮੁਕਾਬਲੇ ਉਹਨਾਂ ਦਾ ਮਹੱਤਵ ਵੀ ਘੱਟ ਸੀਗਾ। ਰਿਗਵੇਦ ਦੇ ਵਿੱਚ 33 ਦੇਵਤਿਆਂ ਦਾ ਵਰਣਨ ਹੈ। ਵਰੁਣ ਸਭ ਤੋਂ ਵੱਡਾ ਦੇਵਤਾ ਮੰਨਿਆ ਜਾਂਦਾ ਸੀ। ਸੰਸਾਰ ਦੇ ਸਭ ਵੇਦਾਂ ਨੂੰ ਜਾਣਦਾ ਸੀ ਜਿਹੜਾ। ਆਕਾਸ਼ ਦਾ ਦੇਵਤਾ ਕਹਿੰਦੇ ਸੀ ਉਸਨੂੰ। ਪਾਪੀਆਂ ਨੂੰ ਸਜ਼ਾ ਦਿੰਦਾ ਹੈ। ਆਰੀਅਨ ਲੋਕ ਉਸ ਪਾਸੋਂ ਆਪਣੇ ਕਸੂਰਾਂ ਦੀ ਮੁਆਫੀ ਮੰਗਦੇ ਨੇ। ਆਰੀਅਨ ਦਾ ਦੂਜਾ ਵੱਡਾ ਦੇਵਤਾ ਸੀਗਾ ਇੰਦਰ। ਯੁੱਧ ਵਰਖਾ ਦਾ ਦੇਵਤਾ ਸਮਝਿਆ ਜਾਂਦਾ। ਯੁੱਧ ਦੇ ਵਿੱਚ ਜਿੱਤ ਲਈ ਸਮੇਂ ਸਿਰ ਵਰਖਾ ਲਈ ਪੂਜਾ ਕਰਦੇ ਉਸਦੀ। ਰਿਗਵੇਦ ਦੇ ਵਿੱਚ ਉਸਦੀ ਪ੍ਰਸ਼ੰਸਾ ਵਿੱਚ ਸਭ ਤੋਂ ਵੱਧ ਮੰਤਰ ਨੇ। ਇਹਨਾਂ ਦੀ ਗਿਣਤੀ 250 ਹੈ। ਅਗਨੀ ਦੇ ਦੇਵਤੇ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਵਿਆਹ ਦਾਹ ਸੰਸਕਾਰ ਦੇ ਵਿੱਚ ਉਸਦੀ ਵਰਤੋਂ ਕੀਤੀ ਜਾਂਦੀ ਹੈ। ਆਰੀਅਨ ਸੂਰਜ। ਹਨੇਰੀ ਤੂਫਾਨ ਦਾ ਦੇਵਤਾ ਰੁਦਰ। ਮੌਤ ਦਾ ਦੇਵਤਾ ਯਮ। ਪਾਉਣ ਦਾ ਦੇਵਤਾ ਵਾਯੂ। ਸ਼ਿਲਪਾਂ ਦੇ ਦੇਵਤਾ ਤ੍ਰਵਸਤ ਆਦਿ ਦੀ ਪੂਜਾ ਕਰਦੇ ਨੇ। ਸਵੇਰ ਦੀ ਦੇਵੀ ਊਸ਼ਾ। ਰਾਤ ਦੀ ਦੇਵੀ ਰਾਤਰੀ। ਧਰਤੀ ਦੀ ਦੇਵੀ ਪ੍ਰਿਥਵੀ। ਵਣ ਦੇਵੀ ਆਰਣੀ ਆਦਿ ਦੀ ਪੂਜਾ ਕਰਦੇ ਨੇ। ਆਰੀਆ ਇੱਕ ਪਰਮੇਸ਼ਰ 'ਚ ਵਿਸ਼ਵਾਸ ਰੱਖਦੇ ਨੇ। ਵੱਖ ਵੱਖ ਦੇਵੀ ਦੇਵਤਿਆਂ ਦੀ ਰੂਪ ਦੇ ਵਿੱਚ ਪੂਜਦੇ ਨੇ। ਪੂਜਾ ਦਾ ਢੰਗ। ਆਰੀਅਨ ਲੋਕ ਆਪਣੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੇ ਯੱਗ ਕਰਦੇ। ਯੱਗਾਂ ਨੂੰ ਬੜੇ ਧਿਆਨ ਨਾਲ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਸੀ ਥੋੜ੍ਹੀ ਜਿਹੀ ਅਣਗਹਿਲੀ ਨਾਲ ਉਹਨਾਂ ਦੇ ਦੇਵਤੇ ਕਿਤੇ ਨਾਰਾਜ਼ ਨਾ ਹੋ ਜਾਣ। ਸਭ ਤੋਂ ਪਹਿਲਾਂ ਯੱਗ ਦੇ ਲਈ ਅੱਗ ਬਾਲੀ ਜਾਂਦੀ, ਫਿਰ ਘਿਓ, ਦੁੱਧ, ਚੌਲ, ਸੋਮ ਰਸ ਪਾਇਆ ਜਾਂਦਾ। ਇਹਨਾਂ ਯੱਗਾਂ ਦੇ ਦੌਰਾਨ ਕਈ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ। ਇਹ ਯੱਗ ਕਈ ਕਿਸਮ ਦੇ ਨੇ। ਸਭ ਤੋਂ ਛੋਟਾ ਯੱਗ ਹੁੰਦਾ ਸੀ ਜਿਹੜਾ, ਉਹ ਪਰਿਵਾਰਕ ਪੱਧਰ 'ਤੇ ਹੁੰਦਾ ਸੀ। ਵੱਡੇ ਵੱਡੇ ਯੱਗਾਂ ਦੀ ਤਿਆਰੀ ਦੇ ਲਈ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ। ਅਮੀਰ ਲੋਕ ਇਹਨਾਂ ਯੱਗਾਂ ਦੇ ਲਈ ਬੜਾ ਪੈਸਾ ਦਾਨ ਕਰਦੇ ਨੇ। ਇਹਨਾਂ ਯੱਗਾਂ ਦੇ ਵਿੱਚ ਬੜੀ ਗਿਣਤੀ 'ਚ ਪੁਰੋਹਿਤ ਸ਼ਾਮਲ ਹੁੰਦੇ ਨੇ।
ਯੱਗਾਂ ਬਲੀਆਂ ਦਾ ਮੁੱਖ ਮੰਤਵ ਕੀ ਸੀ? ਦੇਵਤਿਆਂ ਨੂੰ ਖੁਸ਼ ਕਰਨਾ। ਇਹਨਾਂ ਦੇ ਬਦਲੇ ਉਹ ਸਮਝਦੇ ਸੀ ਕਿ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਕਾਮਯਾਬੀ ਹਾਸਲ ਹੋਊਗੀ, ਧਨ ਪ੍ਰਾਪਤ ਹੋਊਗਾ, ਸੰਤਾਨ 'ਚ ਵਾਧਾ ਹੋਊਗਾ, ਲੰਬਾ ਜੀਵਨ ਮਿਲੂਗਾ। ਹਰ ਯੱਗ ਦੇ ਵਿੱਚ ਸੰਸਾਰ ਦੀ ਨਵੇਂ ਸਿਰਿਓਂ ਉਤਪਤੀ ਹੈ ਜਿਹੜੀ ਉਹ ਹੁੰਦੀ ਹੈ। ਜੇ ਇਹ ਯੱਗ ਨਾ ਕਰਾਏ ਜਾਣ ਸੰਸਾਰ 'ਚ ਮੁੜ ਹਨੇਰਾ ਛਾ ਜਾਏਗਾ। ਯੱਗਾਂ ਕਰਾਉਣ ਦੇ ਨਾਲ ਗਣਿਤ, ਖਗੋਲ ਵਿੱਦਿਆ, ਜਾਨਵਰਾਂ ਦੇ ਸਰੀਰਕ ਬਣਤਰ ਦੇ ਗਿਆਨ ਦੇ ਵਿੱਚ ਵੀ ਉਹਨਾਂ ਦਾ ਵਾਧਾ ਹੁੰਦਾ ਹੈ। ਉਸ ਤੋਂ ਬਾਅਦ ਇਕਨੋਮਿਕ ਲਾਈਫ ਕਿੱਦਾਂ ਦੀ ਸੀ? ਖੇਤੀਬਾੜੀ। ਆਰੀਅਨ ਦਾ ਮੁੱਖ ਧੰਦਾ ਖੇਤੀਬਾੜੀ ਹੈ। ਹਲਾਂ ਦੀ ਦੁਆਰਾ ਜੋਤਿਆ ਜਾਂਦਾ ਸੀਗਾ। ਸਿੰਚਾਈ ਦਾ ਮੁੱਖ ਸਾਧਨ ਵਰਖਾ ਹੁੰਦੀ ਸੀ। ਖੂਹਾਂ, ਛੋਟੀਆਂ ਛੋਟੀਆਂ ਨਹਿਰਾਂ ਰਾਹੀਂ ਸਿੰਚਾਈ ਕਰਦੇ ਨੇ। ਫਸਲਾਂ ਦੀ ਭਰਪੂਰ ਪੈਦਾਵਾਰ ਕਰਦੇ ਨੇ। ਖਾਦ ਦੀ ਵਰਤੋਂ ਕਰਦੀ ਹੈ। ਕਣਕ, ਜੌਂ, ਚੌਲ ਮੁੱਖ ਫਸਲਾਂ ਨੇ। ਪਸ਼ੂ ਪਾਲਣ। ਆਰੀਅਨ ਦਾ ਦੂਜਾ ਮੁੱਖ ਧੰਦਾ ਪਸ਼ੂ ਪਾਲਣ ਸੀ। ਭੇਡਾਂ, ਬੱਕਰੀਆਂ, ਬਲਦ, ਗਊਆਂ, ਕੁੱਤੇ ਵੀ ਪਾਲਦੇ ਸੀ। ਗਾਂ ਨੂੰ ਸਭ ਤੋਂ ਪਵਿੱਤਰ ਸਮਝਦੇ ਨੇ। ਇਹਨਾਂ ਪਸ਼ੂਆਂ ਤੋਂ ਦੁੱਧ, ਮਾਸ, ਖੱਲਾਂ ਪ੍ਰਾਪਤ ਕਰਦੇ ਨੇ। ਮਾਲ ਦੀ ਢੋਆ ਢੁਆਈ ਦਾ ਕੰਮ ਲੈਂਦੇ ਨੇ। ਆਰੀਅਨ ਪਸ਼ੂਆਂ ਨੂੰ ਦੌਲਤ ਦਾ ਮਾਪ ਸਮਝਦੇ ਨੇ। ਜਿਸ ਵਿਅਕਤੀ ਕੋਲ ਜਿੰਨੇ ਜ਼ਿਆਦਾ ਪਸ਼ੂ ਹੁੰਦੇ ਸੀ ਉਹਨਾਂ ਨੂੰ ਓਨਾ ਜ਼ਿਆਦਾ ਅਮੀਰ ਸਮਝਿਆ ਜਾਂਦਾ ਹੈ। ਵਪਾਰ ਕਰਨਾ ਵੀ ਆਰੀਅਨ ਦਾ ਮੁੱਖ ਧੰਦਾ ਸੀ। ਜ਼ਿਆਦਾਤਰ ਵਪਾਰ ਚੀਜ਼ਾਂ ਦੀ ਅਦਲਾ ਬਦਲੀ ਰਾਹੀਂ ਹੁੰਦਾ ਹੈ। ਜ਼ਿਆਦਾਤਰ ਵਸਤਾਂ ਦੀ ਕੀਮਤ ਗਊ ਦੇ ਕੇ ਚੁਕਾਈ ਜਾਂਦੀ ਹੈ। ਬਾਅਦ ਦੇ ਸਮੇਂ ਦੇ ਵਿੱਚ ਨਿਸ਼ਕ ਨਾਂ ਦੇ ਸਿੱਕੇ ਦਾ ਵੀ ਪ੍ਰਚਲਨ ਹੋਇਆ, ਜਿਹੜਾ ਰਿਗਵੇਦ ਦੇ ਵਿੱਚ ਸਮੁੰਦਰ ਦਾ ਜ਼ਿਕਰ ਆਉਂਦਾ ਹੈ, ਜਿਸ ਦੇ ਆਧਾਰ 'ਤੇ ਕੁਝ ਇਤਿਹਾਸਕਾਰਾਂ ਦਾ ਮਤ ਹੈ ਕਿ ਆਰੀਅਨ ਵਿਦੇਸ਼ਾਂ 'ਚ ਵੀ ਵਪਾਰ ਕਰਦੇ ਸੀ, ਪਰ ਇਸ ਸੰਬੰਧੀ ਸਾਨੂੰ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਪ੍ਰਾਪਤ ਹੁੰਦੀ। ਹੋਰ ਕੰਮ ਧੰਦੇ। ਉੱਪਰ ਲਿਖਤ ਧੰਦਿਆਂ ਤੋਂ ਇਲਾਵਾ ਆਰੀਅਨ ਕਈ ਹੋਰ ਧੰਦੇ ਵੀ ਕਰਦੇ। ਉਹ ਕੱਪੜੇ ਬਣਾਉਣਾ, ਉਹਨਾਂ ਨੂੰ ਰੰਗਣਾ, ਕਢਾਈ ਦੇ ਕੰਮ ਕਰਨੇ। ਕੁਝ ਲੋਕ ਹਲ, ਰੱਥ, ਛਕੜੇ, ਛੋਟੀਆਂ ਛੋਟੀਆਂ ਕਿਸ਼ਤੀਆਂ ਨੂੰ ਬਣਾਉਣ ਦਾ ਕੰਮ ਕਰਨਾ। ਕੁਝ ਲੋਕ ਗਹਿਣਿਆਂ ਦਾ ਕੰਮ ਕਰਦੇ। ਇਹਨਾਂ ਤੋਂ ਇਲਾਵਾ ਰਿਗਵੇਦ ਦੇ ਵਿੱਚ ਵੇਦ ਵੀ ਹੁੰਦੇ ਸੀ, ਜਿਹੜੇ ਲੋਕਾਂ ਦਾ ਇਲਾਜ ਕਰਦੇ। ਵੈਦ ਵਗੈਰਾ ਹੁੰਦੇ ਸੀ। ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਵੈਦਿਕ ਕਾਲ 'ਚ ਇਹਨਾਂ ਵਿੱਚੋਂ ਕਿਸੇ ਕੰਮ ਨੂੰ ਘਟੀਆ ਨਹੀਂ ਸਮਝਿਆ ਜਾਂਦਾ ਸੀਗਾ। ਤੁਸੀਂ ਕਿਹੜਾ ਵੀ ਕੰਮ ਕਰ ਸਕਦੇ ਹੋ, ਕੋਈ ਮਤਲਬ ਕਿ ਉਹ ਕੰਮ ਨਹੀਂ ਹੁੰਦਾ ਸੀ, ਘੱਟ ਵੱਧ ਕੋਈ ਨਹੀਂ ਹੁੰਦਾ। ਤੁਸੀਂ ਕਿਸੇ ਵੀ ਕੰਮ ਨੂੰ ਕੀਤੇ ਨੂੰ ਜਿਹੜਾ ਤੁਸੀਂ ਅਪਣਾ ਸਕਦੇ ਹੋ। ਤੁਹਾਡੀ ਇੱਛਾ 'ਤੇ ਨਿਰਭਰ ਕਰਦਾ, ਤੁਹਾਡੀ ਆਪਣੀ ਭਾਵਨਾ 'ਤੇ ਕਰਦੇ। ਇਹ ਸੀਗਾ ਆਪਣਾ ਵੈਦਿਕ ਕਾਲ, ਜਿਹੜਾ ਵੇਦਾਂ ਦੇ ਵਿੱਚੋਂ ਸਾਨੂੰ ਜਾਣਕਾਰੀ ਮਿਲਦੀ ਹੈ, ਅਤੇ ਵੈਦਿਕ ਕਾਲ ਦੇ ਵਿੱਚ ਵੀ ਕਿੱਦਾਂ ਦਾ ਜੀਵਨ ਉਹਨਾਂ ਨੇ ਬਸਰ ਕੀਤਾ। ਅਗਲਾ ਇਸ ਤੋਂ ਜਿਹੜਾ ਪਾਰਟ ਹੋਊਗਾ ਉਹ ਹੋਊਗਾ ਉੱਤਰ ਵੈਦਿਕ ਕਾਲ, ਲੇਟਰ ਵੈਦਿਕ ਕਾਲ। ਉੱਤਰ ਵੈਦਿਕ ਕਾਲ ਸੱਭਿਅਤਾ ਆਰੀਅਨ ਦੀ ਉਸ ਸੱਭਿਅਤਾ ਨੂੰ ਆਖਦੇ ਨੇ ਜਿਹੜੀ ਰਿਗਵੇਦਾਂ ਦੀ ਰਚਨਾ ਤੋਂ ਕਈ ਸੌ ਵਰ੍ਹੇ ਬਾਅਦ ਹੋਈ। ਇਹ ਸੱਭਿਅਤਾ ਬਾਰੇ ਸਾਨੂੰ ਸਾਮ ਵੇਦ, ਅਥਰਵ ਵੇਦ, ਯਜੁਰਵੇਦ, ਬ੍ਰਾਹਮਣ ਗ੍ਰੰਥ ਆਦਿ ਤੋਂ ਜਾਣਕਾਰੀ ਮਿਲਦੀ ਹੈ। ਉੱਤਰ ਵੈਦਿਕ ਕਾਲ ਵਿੱਚ ਆਰੀਆ ਅਤੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਜੀਵਨ ਬਾਰੇ ਤਬਦੀਲੀ ਹੈ ਜਿਹੜੀ ਉਹਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਉਹ ਮਿਲਦੀ ਹੈ। ਅਤੇ ਉਸ ਤੋਂ ਬਾਅਦ ਆਪਾਂ ਰਾਜਨੀਤਿਕ ਜੀਵਨ ਹੈ ਜਿਹੜਾ ਉਹ ਪੜ੍ਹਾਂਗੇ।